ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪ੍ਰੇਜ਼ ਦਾ ਲਾਰਡ। ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਬ੍ਰਦਰ ਵਿਸ਼ਾਲ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਇਸ ਫ੍ਰੀ ਵਰਸ ਬਾਈ ਵਰਸ ਬਾਈਬਲ ਸਟੱਡੀ ਦੇ ਵਿੱਚ। ਅਤੇ ਅੱਜ ਦਾ ਆਪਣਾ ਟੌਪਿਕ ਆ ਯਹੂਨਾ ਬਪਤਿਸਮਾ ਦੇਣ ਵਾਲਾ ਪਰਮੇਸ਼ਰ ਦਾ ਮਹਾਨ ਨਬੀ। ਹਾਲੇਲੂਇਆ। ਸੋ ਅੱਜ ਆਪਾਂ ਦੇਖਾਂਗੇ, ਅੱਜ ਅਸੀਂ ਮੱਤੀ ਦੀ ਅੰਜੀਲ ਅਧਿਆਇ 3 ਉਹਦੇ ਵਚਨ 1 ਤੋਂ ਲੈ ਕੇ 6 ਤੱਕ ਦੇਖਾਂਗੇ। ਸੋ ਅਸੀਂ ਪੜਾਂਗੇ ਮੱਤੀ ਦੀ ਅੰਜੀਲ ਉਹਦਾ ਅਧਿਆਇ 3 ਵਚਨ 1 ਤੋਂ। ਉਨੀ ਦਿਨੀ ਹਾਂਜੀ ਯਹੋਨਾ ਬਪਤਿਸਮਾ ਦੇਣ ਵਾਲਾ ਆਣ ਕੇ ਯਹੂਦੀਆ ਦੇ ਉਜਾੜ ਵਿੱਚ ਪ੍ਰਚਾਰ ਕਰਦੇ ਹੋਏ ਕਹਿਣ ਲੱਗਾ, ਤੋਬਾ ਕਰੋ ਕਿਉਂਕਿ ਸੁਰਗ ਦਾ ਰਾਜ ਨੇੜੇ ਆਇਆ ਹੈ। ਆਮੀਨ। ਸੋ ਇੱਥੇ ਲਿਖਿਆ ਉਨੀ ਦਿਨੀ ਯਹੋਨਾ ਬਪਤਿਸਮਾ ਦੇਣ ਵਾਲਾ ਆ ਕੇ ਯਹੂਦੀਆ ਦੇ ਜੰਗਲ ਦੇ ਵਿੱਚ ਉਜਾੜ ਦੇ ਵਿੱਚ ਪ੍ਰਚਾਰ ਕਰਨ ਲੱਗਾ। ਸੋ ਇਹ ਕਿਹੜੇ ਦਿਨਾਂ ਦੀ ਗੱਲ ਕਰਦਾ ਜਦੋਂ ਕਹਿੰਦਾ ਉਨੀ ਦਿਨੀ? ਤਾਂ ਜਦੋਂ ਅਸੀਂ ਦੇਖਦੇ ਹਾਂ, ਅਸੀਂ ਪਿਛਲੀ ਵਾਰੀ ਚੈਪਟਰ 2 ਦੇ ਉੱਤੇ ਸਟੱਡੀ ਕੀਤੀ ਸੀ, ਤਾਂ ਉਹਦੇ ਵਿੱਚ ਅਧਿਆਇ 2 ਦੇ ਲਾਸਟ ਵਿੱਚ ਯੂਸਫ ਅਤੇ ਮਰੀਮ ਅਤੇ ਬਾਲਕ ਯੀਸ਼ੂ, ਅਸੀਂ ਉਹਨਾਂ ਨੂੰ ਨਾਸਰਤ ਨਗਰ ਦੇ ਵਿੱਚ ਦੇਖਿਆ ਸੀ ਕਿ ਯੂਸਫ ਜਿਹੜਾ ਉਹਨਾਂ ਨੂੰ ਨਾਸਰਤ ਨਗਰ ਦੇ ਵਿੱਚ ਲੈ ਗਿਆ, ਮਰੀਮ ਨੂੰ ਤੇ ਬਾਲਕ ਯੀਸ਼ੂ ਨੂੰ, ਤਾਂ ਕਿ ਜਿਹੜਾ ਨਬੀਆਂ ਦੇ ਦੁਆਰਾ ਕਿਹਾ ਗਿਆ ਸੀਗਾ ਕਿ ਉਹ ਨਾਸਰੀ ਕਹਿਲਾਵੇਗਾ, ਉਹ ਵਚਨ ਪੂਰਾ ਹੋਵੇ। ਸੋ ਜਦੋਂ ਇੱਥੇ ਸੰਤ ਮੱਤੀ ਲਿਖਦੇ ਆ ਕਿ ਉਨੀ ਦਿਨੀ, ਤਾਂ ਉਸ ਦਾ ਮਤਲਬ ਹੈ ਕਿ ਜਿੰਨੀ ਦਿਨ ਯਿਸੂ ਮਸੀਹ ਨਾਸਰਤ ਦੇ ਨਗਰ ਦੇ ਵਿੱਚ ਹੀ ਰਹਿ ਰਹੇ ਸੀਗੇ। ਅਤੇ ਬਹੁਤ ਸਾਰੇ ਲੋਕੀ ਕਹਿੰਦੇ ਕਿ ਯਿਸੂ ਮਸੀਹ ਭਾਰਤ ਆਏ, ਯਿਸੂ ਮਸੀਹ ਫਲਾਨੀ ਜਗ੍ਹਾ ਗਏ, ਇੱਥੇ ਗਏ, ਉੱਥੇ ਗਏ, ਪਰ ਬਾਈਬਲ ਇਸ ਨੂੰ ਸਪੋਰਟ ਨਹੀਂ ਕਰਦੀ। ਬਾਈਬਲ ਵਿੱਚ ਸਪਸ਼ਟ ਹੈ ਕਿ ਜਿੰਨੀ ਦਿਨ ਯਹੋਨਾ ਬਪਤਿਸਮਾ ਦੇਣ ਵਾਲਾ ਆ ਕੇ ਪ੍ਰਚਾਰ ਕਰਨ ਲੱਗਾ ਅਤੇ ਉਨੀ ਦਿਨ ਯਿਸੂ ਮਸੀਹ ਨਾਸਰਤ ਨਗਰ ਦੇ ਵਿੱਚ ਹੀ ਸੀ। ਜਿੱਦਾਂ ਸਾਨੂੰ ਲੂਕਾ ਦੀ ਅੰਜੀਲ ਵੀ ਕਹਿੰਦੀ ਆ ਕਿ ਯਿਸੂ ਮਸੀਹ ਜਵਾਨ ਹੋ ਕੇ ਵੀ ਜਿੰਨਾ ਚਿਰ ਉਹਨਾਂ ਨੇ ਸੇਵਕਾਈ ਨਹੀਂ ਸ਼ੁਰੂ ਕੀਤੀ, ਆਪਣੇ ਮਾਤਾ ਪਿਤਾ ਦੇ ਅੰਡਰ ਦੇ ਵਿੱਚ ਰਹੇ। ਹਾਲੇਲੂਇਆ। ਸੋ ਉਨੀ ਦਿਨ ਹੀ ਲਿਖਿਆ ਯਹੋਨਾ ਬਪਤਿਸਮਾ ਦੇਣ ਵਾਲਾ ਆ ਕੇ ਉਜਾੜ ਦੇ ਵਿੱਚ, ਯਹੂਦੀਆ ਦੇ ਉਜਾੜ ਵਿੱਚ ਪ੍ਰਚਾਰ ਕਰਨ ਲੱਗਾ। ਸੋ ਇੱਥੇ ਸਾਡੀ ਜਿਹੜੀ ਆ ਪਹਿਚਾਣ ਹੁੰਦੀ ਹੈ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਨਾਲ, ਅਤੇ ਪਹਿਲੀ ਵਾਰੀ ਉਸ ਦਾ ਜ਼ਿਕਰ ਆਉਂਦਾ ਮੱਤੀ ਦੇ ਅੰਜੀਲ ਦੇ ਵਿੱਚ। ਅਤੇ ਮੱਤੀ ਉਸ ਦੇ ਬਾਰੇ ਕੋਈ ਕੁਝ ਨਹੀਂ ਦੱਸਦਾ ਕਿ ਉਹ ਕੌਣ ਆ, ਉਹ ਕਿੱਥੋਂ ਆਇਆ ਆ। ਸਿਰਫ ਇਦਾਂ ਹੀ ਕਹਿੰਦਾ ਕਿ ਉਹ ਯਹੂਦੀਆ ਦੇ ਜੰਗਲ ਵਿੱਚ ਆ ਕੇ ਪ੍ਰਚਾਰ ਕਰਨ ਲੱਗਾ। ਉਹਦੇ ਪ੍ਰਚਾਰ ਬਾਰੇ ਦੱਸਦਾ ਕਿ ਉਹ ਪ੍ਰਚਾਰ ਕੀ ਕਰਦਾ ਆ। ਤਾਂ ਇਸ ਦੀ ਵਜ੍ਹਾ ਇਹ ਆ ਕਿ ਜਿਹੜਾ ਮੱਤੀ ਦਾ ਜਿਹੜਾ ਜ਼ੋਰ ਆ ਉਹ ਯਿਸੂ ਮਸੀਹ ਦੇ ਉੱਤੇ ਆ, ਰਾਜੇ ਦੇ ਉੱਤੇ ਆ। ਕਿਉਂਕਿ ਉਹਨੇ ਪਹਿਲਾਂ ਰਾਜੇ ਦੀ ਵੰਸ਼ਾਵਲੀ ਦੱਸੀ, ਉਸ ਤੋਂ ਬਾਅਦ ਵਿੱਚ ਉਹਨੇ ਰਾਜੇ ਦੀ ਜਨਮ ਦੇ ਬਾਰੇ ਦੱਸਿਆ, ਰਾਜੇ ਦੀ ਆਰਾਧਨਾ ਕੀਤੀ ਗਈ, ਰਾਜੇ ਦੇ ਬਾਰੇ ਲਿਖੀਆਂ ਗਈਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ, ਉਹ ਸਾਰੀਆਂ ਦੇ ਉੱਤੇ ਉਸ ਗੱਲ ਕਰਦਾ ਆਇਆ ਆ। ਅਤੇ ਹੁਣ ਉਹ ਕਹਿੰਦਾ ਕਿ ਰਾਜੇ ਦੇ ਅੱਗੇ ਇੱਕ ਅਨਾਉਂਸ ਕਰਨ ਦੇ ਵਾਲੇ ਜਿਹੜਾ ਹੁੰਦਾ ਆ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਰਾਜੇ ਦੇ ਅੱਗੇ ਇੱਕ ਵਿਅਕਤੀ ਅਨਾਉਂਸ ਕਰਨ ਦੇ ਲਈ ਜਾਂਦਾ ਸੀ, ਜਿਹੜਾ ਰਾਜੇ ਦੇ ਅੱਗੇ ਅੱਗੇ ਲੋਕਾਂ ਨੂੰ ਦੱਸਦਾ ਸੀ ਕਿ ਰਾਜਾ ਆ ਰਿਹਾ ਆ। ਸੋ ਯਹੋਨਾ ਬਪਤਿਸਮਾ ਦੇਣ ਵਾਲੇ ਦਾ ਉਹੀ ਕੰਮ ਆ, ਉਹ ਰਾਜੇ ਦੇ ਅੱਗੇ, ਯਿਸੂ ਮਸੀਹ ਰਾਜਾ ਆ ਅਤੇ ਉਹਦੇ ਅੱਗੇ ਉਹਦੇ ਅੱਗੇ ਰਾਸਤਾ ਤਿਆਰ ਕਰ ਰਿਹਾ, ਲੋਕਾਂ ਨੂੰ ਤਿਆਰ ਕਰ ਰਿਹਾ ਰਾਜੇ ਦੇ ਲਈ। ਹਾਲੇਲੂਇਆ। ਪਰ ਇਹ ਸਾਨੂੰ ਦੇਖ ਕੇ ਪਤਾ ਲੱਗਦਾ ਜਦੋਂ ਅਸੀਂ ਲੂਕਾ ਦੀ ਅੰਜੀਲ ਉਹਦਾ ਅਧਿਆਇ 1, 2, 3 ਦੇ ਵਿੱਚ ਦੇਖਦੇ ਆ, ਤਾਂ ਸਾਨੂੰ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਪਤਾ ਲੱਗਦਾ ਆ। ਤੇ ਉਹਦੇ ਵਿੱਚ ਲਿਖਿਆ ਆ, ਜਦੋਂ ਅਸੀਂ ਦੇਖਦੇ ਆ, ਤੇ ਜਿਹੜਾ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਪਿਤਾ ਦਾ ਨਾਮ ਜ਼ਕਰੀਆ ਸੀ, ਉਸਦੀ ਮਾਤਾ ਦਾ ਨਾਮ ਇਲਿਸ਼ਬਤ ਸੀ, ਅਤੇ ਦੋਨੇ ਉਹ ਜਾਜਕਾਂ ਦੇ ਘਰਾਣੇ ਵਿੱਚੋਂ, ਹਾਰੂਨ ਦੇ ਘਰਾਣੇ ਵਿੱਚੋਂ ਸੀਗੇ। ਅਤੇ ਜਿਹੜਾ ਯਹੋਨਾ ਬਪਤਿਸਮਾ ਦੇਣ ਵਾਲੇ ਦਾ ਜਨਮ ਇੱਕ ਚਮਤਕਾਰੀ ਰੂਪ ਵਿੱਚ ਹੁੰਦਾ ਆ, ਕਿਉਂਕਿ ਉਸਦੇ ਮਾਤਾ ਪਿਤਾ ਬੁੱਢੇ ਹੋ ਚੁੱਕੇ ਸੀ, ਜਿਸ ਤਰ੍ਹਾਂ ਅਬਰਾਹਮ ਅਤੇ ਸਾਰਾ ਬੁੱਢੇ ਹੋ ਚੁੱਕੇ ਸੀ। ਅਤੇ ਜਿਬਰਾਇਲ ਫਰਿਸ਼ਤਾ ਇੱਕ ਦਿਨ ਉਹਨੂੰ ਦਰਸ਼ਨ ਦਿੰਦਾ ਅਤੇ ਕਹਿੰਦਾ ਹੈ ਕਿ ਤੁਹਾਡੇ ਪੁੱਤਰ ਹੋਵੇਗਾ। ਤਾਂ ਉਹ ਕਹਿੰਦਾ ਕਿ ਇਹ ਕਿੱਦਾਂ ਹੋਵੇਗਾ, ਅਸੀਂ ਬੁੱਢੇ ਹੋ ਚੁੱਕੇ ਹਾਂ। ਤਾਂ ਉਸਦਾ ਚਿੰਨ੍ਹ ਦਿੰਦਾ ਕਿ ਜਿੰਨਾ ਚਿਰ ਉਹ ਪੁੱਤਰ ਨਹੀਂ ਪੈਦਾ ਹੋ ਜਾਂਦਾ, ਤੇਰਾ ਮੂੰਹ ਬੰਦ ਰਹੇਗਾ। ਅਤੇ ਬਾਈਬਲ ਦੱਸਦੀ ਕਿ ਯਹੋਨਾ ਬਪਤਿਸਮਾ ਦੇਣ ਵਾਲਾ ਯਿਸੂ ਮਸੀਹ ਤੋਂ 6 ਮਹੀਨੇ ਵੱਡਾ ਸੀਗਾ। ਅਤੇ ਜਦੋਂ ਬਾਲਕ ਪੈਦਾ ਹੁੰਦਾ ਆ ਤੇ ਉਸਦਾ ਪਿਤਾ ਜ਼ਕਰੀਆ ਭਵਿੱਖਬਾਣੀ ਕਰਕੇ ਕਹਿੰਦਾ ਕਿ ਹੈ ਬਾਲਕ ਤੂੰ ਪ੍ਰਭੂ ਦੇ ਅੱਗੇ ਮਹਾਨ ਕਹਿਲਾਵੇਂਗਾ। ਅਤੇ ਇਸ ਤੋਂ ਬਾਅਦ ਦੇ ਵਿੱਚ ਲਿਖਿਆ ਕਿ ਉਹ ਬੱਚਾ ਜਿਹੜਾ ਜਿੰਨਾ ਚਿਰ ਇਜ਼ਰਾਈਲ ਦੇ ਉੱਤੇ ਪ੍ਰਗਟ ਨਹੀਂ ਹੋਇਆ, ਉਹਨਾਂ ਚਿਰ ਉਜਾੜ ਚ ਰਿਹਾ ਤੇ ਉਹ ਆਤਮਾ ਦੇ ਨਾਲ ਭਰਿਆ ਹੋਇਆ ਸੀ। ਸੋ ਇੱਥੇ ਪਹਿਲੀ ਚੀਜ਼ ਅਸੀਂ ਦੇਖਦੇ ਹਾਂ, ਯਹੋਨਾ ਬਪਤਿਸਮਾ ਦੇਣ ਵਾਲਾ ਜਿਹੜਾ ਸੀ ਉਹ ਆਤਮਾ ਦੇ ਨਾਲ ਭਰਿਆ ਹੋਇਆ ਸੀ। ਅੱਜ ਅਸੀਂ ਯਹੋਨਾ ਬਪਤਿਸਮਾ ਦੇਣ ਵਾਲੇ ਦੀਆਂ ਕੈਟਾਗਰੀਜ਼ ਨੂੰ ਵੀ ਦੇਖਾਂਗੇ, ਉਹਦੇ ਗੁਣਾਂ ਨੂੰ ਵੀ ਦੇਖਾਂਗੇ, ਉਹਦੇ ਅੰਦਰ ਜਿਹੜੇ ਗੁਣ ਸੀ, ਕੁਆਲਿਟੀਆਂ ਸੀਗੀਆਂ। ਸੋ ਪਹਿਲੀ ਇੱਥੇ ਆਉਂਦੀ ਆ ਕਿ ਉਹ ਆਤਮਾ ਦੇ ਨਾਲ ਭਰਿਆ ਹੋਇਆ ਸੀ। ਤੇ ਪਰ ਅੱਜ ਸਾਡੇ ਉੱਤੇ ਆ ਕਿ ਅੱਜ ਅਸੀਂ ਆਤਮਾ ਦੇ ਨਾਲ ਭਰੇ ਹੋਏ ਆ। ਫਸਟ ਸਟੈਪ ਕੀ ਆ ਪ੍ਰਭੂ ਦੇ ਵਿੱਚ ਚੱਲਣ ਦਾ? ਆਤਮਾ ਦੇ ਨਾਲ ਭਰਨਾ। ਉਸ ਤੋਂ ਬਾਅਦ ਦੇ ਵਿੱਚ ਸਾਰਾ ਕੁਝ ਹੁੰਦਾ ਆ। ਅਤੇ ਦੂਸਰੀ ਚੀਜ਼ ਇੱਥੇ ਲਿਖਿਆ ਆ ਕਿ ਉਹਨੇ ਦਿਨੀ ਯਹੋਨਾ ਬਪਤਿਸਮਾ ਦੇਣ ਵਾਲਾ ਆ ਕੇ ਯਹੂਦੀਆ ਦੇ ਉਜਾੜ ਵਿੱਚ ਪ੍ਰਚਾਰ ਕਰਨ ਲੱਗਾ। ਸੋ ਇੱਥੇ ਇਸ ਦਾ ਨਾਮ ਜਿਹੜਾ ਹੈ ਯਹੋਨਾ ਬਪਤਿਸਮਾ ਦੇਣ ਵਾਲਾ। ਸੋ ਦੂਜੀ ਚੀਜ਼ ਜਿਹੜੀ ਆ ਕਿ ਇਸ ਦੇ ਨਾਮ ਦੇ ਨਾਲ ਇੱਕ ਟਾਈਟਲ ਜੁੜ ਚੁੱਕਾ, ਬਪਤਿਸਮਾ ਦੇਣ ਵਾਲਾ।
ਅੱਜ ਹਰੇਕ ਬੰਦੇ ਦੇ ਨਾਮ ਨਾਲ ਕੋਈ ਨਾ ਕੋਈ ਟਾਈਟਲ ਜੁੜਿਆ ਪਿਆ ਕਿ ਉਹ ਪੇਂਟਰ ਆ, ਉਹ ਫਲਾਨਾ ਆ, ਉਹ ਕੁਛ ਕਰਦਾ, ਉਹ ਕੁਛ ਕਰਦਾ। ਹਰੇਕ ਬੰਦੇ ਦੇ ਨਾਲ ਕੋਈ ਟਾਈਟਲ ਜੁੜਿਆ ਹੁੰਦਾ ਆ। ਅਤੇ ਇਸ ਦੇ ਨਾਲ ਕੀ ਟਾਈਟਲ ਜੁੜਿਆ ਆ ਕਿ ਉਹ ਬਪਤਿਸਮਾ ਦਿੰਦਾ। ਉਹਦਾ ਕੰਮ ਕੀ ਆ? ਉਹਦੀ ਸੇਵਕਾਈ ਕੀ ਆ? ਬਪਤਿਸਮਾ। ਉਹਦੀ ਸੇਵਕਾਈ, ਉਹਦੇ ਨਾਲ ਇੱਕ ਟਾਈਟਲ ਜੁੜਿਆ ਪਿਆ ਆ ਕਿ ਇਹ ਉਹੀ ਆ ਜਿਹੜਾ ਬਪਤਿਸਮਾ ਦਿੰਦਾ ਲੋਕਾਂ ਨੂੰ। ਹਾਲੇਲੂਇਆ। ਸੋ ਇੱਥੇ ਸਾਨੂੰ ਧਿਆਨ ਦੇਣ ਦੀ ਲੋੜ ਆ ਕਿ ਅੱਜ ਸਾਡੀ ਪਹਿਚਾਣ ਕਿੱਥੋਂ ਹੁੰਦੀ ਆ। ਯਹੋਨਾ ਬਪਤਿਸਮਾ ਦੇਣ ਵਾਲੇ ਦੀ ਪਹਿਚਾਣ ਹੁੰਦੀ ਸੀ ਕਿ ਇਹਨਾਂ ਲੋਕਾਂ ਨੂੰ ਮਨ ਫਿਰਾ ਦਾ, ਤੌਬਾ ਦਾ ਬਪਤਿਸਮਾ ਦਿੰਦਾ। ਇਸ ਦਾ ਕੰਮ ਆ ਲੋਕਾਂ ਨੂੰ ਪਰਮੇਸ਼ਰ ਦੇ ਵੱਲ ਮੋੜ ਕੇ ਲੈ ਕੇ ਆਉਣਾ, ਕਿਉਂਕਿ ਉਸ ਦਾ ਪ੍ਰਚਾਰ ਸੀ ਤੌਬਾ ਕਰੋ, ਮਨ ਫਿਰਾਓ। ਅਤੇ ਉਸ ਤੋਂ ਬਾਅਦ ਚ ਬਪਤਿਸਮਾ ਦਿੰਦਾ ਸੀ ਇਸ ਗੱਲ ਦਾ, ਜਿਹੜੀ ਗੱਲ ਦਾ ਚਿੰਨ੍ਹ ਹੁੰਦਾ ਸੀ ਕਿ ਇਹ ਵਿਅਕਤੀ ਨੇ ਆਪਣਾ ਮਨ ਫਿਰਾ ਲਿਆ। ਸੋ ਅੱਜ ਸਾਡੀ ਪਹਿਚਾਣ ਕਿੱਥੋਂ ਹੁੰਦੀ ਆ ਕਿ ਅੱਜ ਸਾਨੂੰ ਲੋਕੀ ਪਰਮੇਸ਼ਰ ਦੇ ਲੋਕਾਂ ਤੋਂ ਜਾਣਦੇ ਆ। ਇਹ ਬਹੁਤ ਜ਼ਰੂਰੀ ਆ। ਸੋ ਇੱਥੇ ਅਸੀਂ ਦੋ ਕੁਆਲਿਟੀਆਂ ਦੇਖਦੇ। ਪਹਿਲੀ ਚੀਜ਼, ਉਹ ਆਤਮਾ ਨਾਲ ਭਰਿਆ ਹੋਇਆ ਸੀ, ਅਤੇ ਦੂਸਰੀ ਚੀਜ਼, ਉਸ ਦੀ ਪਹਿਚਾਣ ਪਰਮੇਸ਼ਰ ਤੋਂ ਸੀ। ਉਸ ਦੀ ਪਹਿਚਾਣ ਪਰਮੇਸ਼ਰ ਦੇ ਕੰਮ ਦੇ ਨਾਲ ਜੁੜੀ ਪਈ ਸੀ। ਹਾਲੇਲੂਇਆ। ਅਤੇ ਫਿਰ ਲਿਖਿਆ ਕਿ ਉਹ ਯਹੂਦੀਆਂ ਦੇ ਉਜਾੜ ਵਿੱਚ ਆ ਕੇ ਪ੍ਰਚਾਰ ਕਰਨ ਲੱਗਾ। ਅਤੇ ਰਾਜਾ ਦਾਊਦ ਕਾਫੀ ਸਮੇਂ ਇਹਨਾਂ ਜੰਗਲਾਂ ਦੇ ਵਿੱਚ ਰਿਹਾ, ਇਸ ਉਜਾੜ ਜਗ੍ਹਾ ਦੇ ਵਿੱਚ ਰਿਹਾ। ਜਦੋਂ ਅਸੀਂ ਜ਼ਬੂਰਾਂ ਦੇ ਉੱਤੇ ਸਟੱਡੀ ਕਰਦੇ ਹਾਂ ਅਤੇ ਸੈਮੂਅਲ ਦੇ ਉੱਤੇ ਜੇ ਆ ਪਹਿਲਾ ਦੂਜਾ ਸੈਮੂਅਲ ਦੇਖਦੇ ਹਾਂ। ਸੋ ਇੱਥੇ ਲਿਖਿਆ ਆ ਕਿ ਉਹ ਯਹੂਦੀਆਂ ਦੇ ਉਜਾੜ ਵਿੱਚ ਆ ਕੇ ਪ੍ਰਚਾਰ ਕਰਨ ਲੱਗਾ। ਅਤੇ ਫਿਰ ਆਉਂਦਾ ਉਸ ਦਾ ਪ੍ਰਚਾਰ, ਅਤੇ ਉਸ ਦਾ ਪ੍ਰਚਾਰ ਸੀ ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆ। ਅਤੇ ਇੱਥੇ ਦੋ ਚੀਜ਼ਾਂ, ਜਦੋਂ ਕਹਿੰਦਾ ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆ, ਅਤੇ ਜਿੰਨੇ ਪਾਪੀ ਵਿਅਕਤੀ ਆ, ਹਰ ਇੱਕ ਬੰਦੇ ਨੂੰ ਪਤਾ ਸੀ ਪੁਰਾਣੇ ਨੇਮ ਦੇ ਅੰਦਰ ਵੀ ਕਿ ਯਹੋਵਾ ਧਰਮੀਆਂ ਸੀ, ਪਾਪੀਆਂ। ਅਤੇ ਉਸ ਦਾ ਪ੍ਰਚਾਰ ਸੀ ਤੌਬਾ ਕਰੋ ਕਿਉਂਕਿ ਮਨੁੱਖ ਜਾਤੀ ਪਾਪ ਦੇ ਵਿੱਚ ਡਿੱਗੀ ਹੋਈ ਸੀ। ਅਤੇ ਉਹ ਕਹਿੰਦਾ ਪਰਮੇਸ਼ਰ ਦਾ ਰਾਜ, ਸਵਰਗ ਦਾ ਰਾਜ ਨੇੜੇ ਆ। ਅਤੇ ਸੰਤ ਮੱਤੀ ਜਾਣ ਬੁੱਝ ਕੇ ਪਰਮੇਸ਼ਰ ਦਾ ਰਾਜ ਸ਼ਬਦ ਇਸਤੇਮਾਲ ਨਾ ਕਰਦੇ ਹੋਏ ਸਵਰਗ ਦਾ ਰਾਜ ਨੇੜੇ, ਸਵਰਗ ਦਾ ਰਾਜ ਸ਼ਬਦ ਇਸਤੇਮਾਲ ਕਰਦਾ, ਕਿਉਂਕਿ ਜਿਹੜੇ ਯਹੂਦੀ ਲੋਕ ਸੀਗੇ ਉਹ ਪਰਮੇਸ਼ਰ ਸ਼ਬਦ ਨੂੰ ਇਸਤੇਮਾਲ ਨਹੀਂ ਸੀ ਕਰਦੇ, ਉਹ ਯਹੋਵਾ ਸ਼ਬਦ ਨੂੰ ਇਸਤੇਮਾਲ ਨਹੀਂ ਸੀ ਕਰਦੇ, ਅਤੇ ਉਹ ਪਰਮੇਸ਼ਰ ਦੀ ਜਗ੍ਹਾ ਸਵਰਗ ਸ਼ਬਦ ਨੂੰ ਇਸਤੇਮਾਲ ਕਰਦੇ ਸੀ। ਇਸ ਲਈ ਉਹ ਕਹਿੰਦਾ ਕਿ ਸਵਰਗ ਦਾ ਰਾਜ ਕੀ ਆ? ਨੇੜੇ ਆ। ਸੋ ਤੌਬਾ ਕਰੋ, ਕਿਉਂਕਿ ਜੇਕਰ ਤੌਬਾ ਨਹੀਂ ਕਰਦੇ ਤਾਂ ਜਦੋਂ ਸਵਰਗ ਦਾ ਰਾਜ ਆਵੇਗਾ ਉੱਥੇ ਦੋ ਕੰਮ ਹੋਣਗੇ। ਜਿਨ੍ਹਾਂ ਨੇ ਤੌਬਾ ਕਰ ਲਈ ਉਹ ਸਵਰਗ ਦੇ ਰਾਜ ਦੇ ਵਿੱਚ ਐਂਟਰ ਹੋਣਗੇ ਅਤੇ ਉਹ ਬਰਕਤਾਂ ਨੂੰ, ਬਲੇਸਿੰਗਸ ਨੂੰ ਪਾਉਣਗੇ, ਅਨੰਤ ਜੀਵਨ ਪਾਉਣਗੇ। ਪਰ ਜੇਕਰ ਕੋਈ ਤੌਬਾ ਨਹੀਂ ਕਰਦਾ ਤਾਂ ਸਜ਼ਾ ਦਾ ਹੱਕਦਾਰ ਹੈ, ਉਹ ਰਾਜ ਤੋਂ ਬਾਹਰ ਕੱਢਿਆ ਜਾਵੇਗਾ, ਨਾਸ਼ ਕੀਤਾ ਜਾਵੇਗਾ ਅਤੇ ਸਦਾ ਦੇ ਅਨੰਤ ਕਾਲ ਦੀ ਸਜ਼ਾ ਦੇ ਹੇਠ ਆ ਜਾਵੇਗਾ, ਨਰਕ ਦੇ ਵਿੱਚ ਚਲਿਆ ਜਾਵੇਗਾ। ਸੋ ਯਹੋਨਾ ਬਪਤਿਸਮਾ ਦੇਣ ਵਾਲੇ ਦਾ ਪ੍ਰਚਾਰ ਸੀ ਤੌਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ। ਅਤੇ ਯਿਸੂ ਮਸੀਹ ਦਾ ਪ੍ਰਚਾਰ ਸੀ ਤੌਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ। ਪੁਰਾਣੇ ਨੇਮ ਦਾ ਪ੍ਰਚਾਰ ਸੀ ਕਿ ਤੌਬਾ ਕਰੋ, ਮਨ ਫਿਰਾਓ। ਅਤੇ ਜਦੋਂ ਅਸੀਂ ਦੇਖਦੇ ਚੇਲਿਆਂ ਦਾ ਪ੍ਰਚਾਰ ਸੀ ਤੌਬਾ ਕਰੋ। ਅੱਜ ਸਾਡਾ ਵੀ ਕੀ ਪ੍ਰਚਾਰ ਆ? ਤੌਬਾ ਕਰੋ ਕਿ ਯਿਸੂ ਮਸੀਹ ਫਿਰ ਤੋਂ ਦੂਸਰੀ ਵਾਰੀ ਆਉਣ ਵਾਲਾ ਆ, ਆਪਣੇ ਰਾਜ ਦਾ ਉਦਘਾਟਨ ਕਰ ਚੁੱਕਾ ਆ। ਉਹ ਸਵਰਗੀ ਥਾਂ ਦੇ ਵਿੱਚ ਪਰਮੇਸ਼ਰ ਦੇ ਸੱਜੇ ਹੱਥ ਵਿਰਾਜਮਾਨ ਆ, ਪਰ ਉਹ ਦੂਸਰੀ ਵਾਰੀ ਫਿਰ ਆਵੇਗਾ ਅਤੇ ਉਸ ਦੇ ਵਿੱਚ ਉਸ ਰਾਜ ਵਿੱਚ ਐਂਟਰ ਕਰਨ ਦੇ ਲਈ ਤੌਬਾ ਕਰਨੀ ਬਹੁਤ ਜ਼ਰੂਰੀ ਆ। ਕਿਉਂਕਿ ਜੇਕਰ ਕੋਈ ਤੌਬਾ ਕਰੇਗਾ ਤਾਂ ਅਨੰਤ ਜੀਵਨ ਪਾਵੇਗਾ, ਪਰਮੇਸ਼ਰ ਦੇ ਰਾਜ ਦਾ ਅਧਿਕਾਰੀ ਹੋਵੇਗਾ। ਪਰ ਜੇਕਰ ਤੌਬਾ ਨਹੀਂ ਕਰਦਾ ਤਾਂ ਜਿਸ ਤਰ੍ਹਾਂ ਬਾਈਬਲ ਕਹਿੰਦੀ ਆ ਕਿ ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਏ ਪਰ ਸਦਾ ਦਾ ਜੀਵਨ ਪਾਵੇ। ਪਰ ਜਿਹੜਾ ਉਸ ਉੱਤੇ ਵਿਸ਼ਵਾਸ ਨਹੀਂ ਕਰਦਾ ਉਹ ਸਜ਼ਾ ਦਾ ਹੱਕਦਾਰ ਪਹਿਲਾਂ ਹੀ ਹੋ ਚੁੱਕਾ ਆ, ਕਿਉਂਕਿ ਉਹਨੇ ਪਰਮੇਸ਼ਰ ਦੇ ਇਕਲੌਤੇ ਪੁੱਤਰ ਦੀ, ਜਿਹਨੂੰ ਉਹਨੇ ਸੰਸਾਰ ਵਿੱਚ ਪਵਿੱਤਰ ਕਰਕੇ ਘੱਲਿਆ, ਪਾਪਾਂ ਦੇ ਬਦਲੇ, ਮਨੁੱਖ ਜਾਤੀ ਦੇ ਪਾਪਾਂ ਦੇ ਬਦਲੇ, ਉਹਨੇ ਉੱਤੇ ਵਿਸ਼ਵਾਸ ਨਹੀਂ ਕੀਤਾ। ਸੋ ਤੌਬਾ ਜਿਹੜੀ ਆ ਇੱਕ ਵਿਅਕਤੀ ਨੂੰ ਪਰਮੇਸ਼ਰ ਦੇ ਰਾਜ ਦੇ ਵਿੱਚ ਐਂਟਰ ਕਰਾਉਂਦੀ ਆ। ਤੌਬਾ ਦੇ ਦੁਆਰਾ ਅਸੀਂ ਪਰਮੇਸ਼ਰ ਦੇ ਰਾਜ ਵਿੱਚ ਜਾ ਸਕਦੇ, ਤੌਬਾ ਦੇ ਰਾਹੀਂ ਅਸੀਂ ਅਨੰਤ ਜੀਵਨ ਪਾ ਸਕਦੇ। ਸੋ ਉਸ ਦਾ ਪ੍ਰਚਾਰ ਸੀ ਤੌਬਾ ਕਰੋ ਕਿਉਂਕਿ ਪਰਮੇਸ਼ਰ ਦਾ ਰਾਜ ਨੇੜੇ ਆ। ਪਰ ਕੀ ਅੱਜ ਸਾਡਾ ਪ੍ਰਚਾਰ ਹੈ ਕਿ ਤੌਬਾ ਕਰੋ ਕਿ ਯਿਸੂ ਮਸੀਹ ਫਿਰ ਤੋਂ ਆਉਣ ਵਾਲਾ ਹੈ? ਇਹ ਬਹੁਤ ਜ਼ਰੂਰੀ ਆ। ਸੋ ਇਹਦੀਆਂ ਕੈਟਾਗਰੀਆਂ, ਪਹਿਲੀ ਚੀਜ਼ ਉਹ ਆਤਮਾ ਦੇ ਨਾਲ ਭਰਿਆ ਸੀ, ਦੂਸਰੀ ਚੀਜ਼ ਉਸ ਦੀ ਪਹਿਚਾਣ ਸੀ ਪਰਮੇਸ਼ਰ ਦੇ ਕੰਮ ਤੋਂ, ਤੀਸਰੀ ਚੀਜ਼ ਉਸ ਦਾ ਪ੍ਰਚਾਰ ਜਿਹੜਾ ਸੀਗਾ ਉਹ ਤੌਬਾ ਦਾ ਪ੍ਰਚਾਰ ਸੀ। ਤੇ ਉਹ ਪ੍ਰਚਾਰ ਬਹੁਤ ਦਲੇਰੀ ਦੇ ਨਾਲ ਕਰਦਾ ਸੀਗਾ, ਉਹ ਡਰ ਕੇ ਨਹੀਂ ਸੀ ਕਰਦਾ। ਇਸ ਲਈ ਜਦੋਂ ਅਸੀਂ ਅੱਗੇ ਦੇਖਦੇ ਹਾਂ ਤਾਂ ਸ਼ਾਸਤਰੀਆਂ ਫਰੀਸੀਆਂ ਨੂੰ ਕਹਿੰਦਾ, ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕ੍ਰੋਧ ਤੋਂ ਕਿਹਨੇ ਭੱਜਣਾ ਦੱਸਿਆ? ਉਸ ਦਾ ਪ੍ਰਚਾਰ ਤੌਬਾ ਦਾ ਪ੍ਰਚਾਰ ਸੀ, ਪਰ ਉਹ ਪੂਰੀ ਦਲੇਰੀ ਦੇ ਨਾਲ ਪ੍ਰਚਾਰ ਕਰਦਾ ਸੀ, ਬੋਲਡਨੈਸ ਦੇ ਨਾਲ ਪ੍ਰਚਾਰ ਕਰਦਾ ਸੀ। ਹਾਲੇਲੂਇਆ। ਹਾਂਜੀ ਅੱਗੇ ਕਿ ਉਹ ਹੈ ਹਾਂਜੀ ਜਿਹਦੇ ਵਿਖੇ
ਯਸ਼ਾਇਆ ਨਬੀ ਦੀ ਜ਼ੁਬਾਨੀ ਆਖਿਆ ਗਿਆ ਸੀ, ਹਾਂਜੀ ਭਾਈ ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਆਵਾਜ਼, ਹਾਂਜੀ ਭਾਈ ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ, ਉਹਦੇ ਰਾਹਾਂ ਨੂੰ ਸਿੱਧੇ ਕਰੋ। ਆਮੀਨ। ਸੋ ਇੱਥੇ ਮੱਤੀ ਕਹਿੰਦਾ ਕਿ ਇਹ ਉਹ ਹੈ ਜਿਸ ਦੇ ਵਿਖੇ ਯਸ਼ਾਇਆ ਨਬੀ ਦੇ ਦੁਆਰਾ ਆਖਿਆ ਗਿਆ ਸੀ। ਸੋ ਇੱਥੇ ਸੰਤ ਮੱਤੀ ਦੱਸਦੇ ਕਿ ਇਸ ਦੇ ਬਾਰੇ ਪਹਿਲਾਂ ਤੋਂ ਹੀ ਭਵਿੱਖਬਾਣੀ ਸੀਗੀ ਪੁਰਾਣੇ ਨੇਮ ਦੇ ਵਿੱਚ, ਅਤੇ ਇਹ ਭਵਿੱਖਬਾਣੀ ਸਾਨੂੰ ਯਸ਼ਾਇਆ ਦੀ ਪੁਸਤਕ ਉਹਦੇ ਅਧਿਆਇ 40 ਦੇ ਵਿੱਚ ਮਿਲਦੀ ਆ, ਜਿੱਥੇ ਪਹਿਲਾਂ ਤੋਂ ਹੀ ਲਿਖਿਆ ਗਿਆ ਆ ਕਿ ਉਹ ਆ ਜਿਹੜਾ ਉਜਾੜ ਵਿੱਚ ਹੁੱਕਾ ਦੇਣ ਵਾਲੇ ਦੀ ਆਵਾਜ਼ ਆ। ਅਤੇ ਇਸ ਗੱਲ ਦਾ ਯਹੂਨਾ ਬਪਤਿਸਮਾ ਦੇਣ ਵਾਲੇ ਨੇ ਖੁਦ ਵੀ ਇਸ ਗੱਲ ਨੂੰ ਮੰਨਿਆ ਸੀ। ਜਦੋਂ ਅਸੀਂ ਦੇਖਦੇ ਹਾਂ ਯਹੂਨਾ ਦੀ ਅੰਜੀਲ ਉਹਦੇ ਅਧਿਆਇ 1 ਦੇ ਵਿੱਚ, ਤਾਂ ਉਹਦੇ ਕੋਲ ਜਦੋਂ ਪੁੱਛਣ ਦੇ ਲਈ ਆਉਂਦੇ ਆ ਸ਼ਾਸਤਰੀ ਫਰੀਸੀ, ਤਾਂ ਉਹਨੂੰ ਕਹਿੰਦੇ ਆ ਕੀ ਤੂੰ ਮਸੀਹ ਆ? ਉਹ ਕਹਿੰਦਾ ਮੈਂ ਨਹੀਂ। ਉਹ ਕਹਿੰਦੇ ਕੀ ਤੂੰ ਏਲੀਆ ਆ? ਉਹ ਕਹਿੰਦਾ ਨਹੀਂ। ਫਿਰ ਕਹਿੰਦੇ ਤੂੰ ਕੌਣ ਆ ਜੋ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦਈਏ? ਤਾਂ ਉਹ ਕਹਿੰਦਾ ਆ ਕਿ ਮੈਂ ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਆਵਾਜ਼ ਹੈ ਕਿ ਪ੍ਰਭੂ ਦੇ ਮਾਰਗਾਂ ਨੂੰ ਸਿੱਧਿਆ ਕਰੋ। ਸੋ ਇੱਥੇ ਅਸੀਂ ਕੀ ਦੇਖਦੇ ਹਾਂ? ਯਹੂਨਾ ਬਪਤਿਸਮਾ ਦੇਣ ਵਾਲਾ ਪਰਮੇਸ਼ਰ ਦੀ ਆਵਾਜ਼ ਆ ਜਿਹੜੀ ਲੋਕਾਂ ਤਾਈਂ ਪਹੁੰਚ ਰਹੀ ਆ ਕਿ ਪ੍ਰਭੂ ਦੇ ਮਾਰਗਾਂ ਨੂੰ ਸਿੱਧਿਆ ਕਰੋ, ਆਪਣੇ ਆਪ ਨੂੰ ਤਿਆਰ ਕਰੋ, ਆਪਣੇ ਜੀਵਨ ਨੂੰ ਪ੍ਰਭੂ ਦੇ ਲਈ ਤਿਆਰ ਕਰੋ। ਪਰ ਕੀ ਅੱਜ ਅਸੀਂ ਪਰਮੇਸ਼ਰ ਦੀ ਆਵਾਜ਼ ਬਣ ਕੇ ਲੋਕਾਂ ਤਾਈਂ ਪਹੁੰਚਦੇ ਹਾਂ? ਅੱਜ ਪਰਮੇਸ਼ਰ ਨੂੰ ਸਾਡੇ ਮੂੰਹ ਦੀ ਲੋੜ ਆ। ਅੱਜ ਯਿਸੂ ਮਸੀਹ ਇਸ ਧਰਤੀ ਦੇ ਉੱਤੇ ਨਹੀਂ ਆ, ਪਰ ਅਸੀਂ ਉਹਦੇ ਅੰਗ ਆ। ਅੱਜ ਉਹਨੂੰ ਸਾਡੇ ਮੂੰਹ ਦੀ ਲੋੜ ਆ। ਅੱਜ ਸਾਨੂੰ ਲੋੜ ਹੈ ਕਿ ਅਸੀਂ ਯਹੂਨਾ ਬਪਤਿਸਮਾ ਦੇਣ ਵਾਲੇ ਦੀ ਤਰ੍ਹਾਂ ਪਰਮੇਸ਼ਰ ਦੀ ਆਵਾਜ਼ ਬਣ ਕੇ ਉਹਨਾਂ ਲੋਕਾਂ ਤਾਈਂ ਜਿਹੜੇ ਪਾਪ ਦੇ ਵਿੱਚ ਆ, ਜਿਹੜੇ ਸੰਸਾਰ ਦੇ ਵਿੱਚ ਡਿੱਗੇ ਪਿਆ, ਉਹਨਾਂ ਲੋਕਾਂ ਤਾਈਂ ਪਰਮੇਸ਼ਰ ਦੀ ਆਵਾਜ਼ ਬਣ ਕੇ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਜਾਈਏ। ਹਾਲੇਲੂਇਆ। ਸੋ ਇੱਥੇ ਅਸੀਂ ਦੇਖਦੇ ਕਿ ਸਾਨੂੰ ਜ਼ਰੂਰਤ ਹੈ ਕਿ ਅਸੀਂ ਯਹੂਨਾ ਬਪਤਿਸਮਾ ਦੇਣ ਵਾਲੇ ਦੀ ਤਰ੍ਹਾਂ ਜਾਈਏ ਲੋਕਾਂ ਤਾਈਂ ਪਰਮੇਸ਼ਰ ਦੀ ਆਵਾਜ਼ ਬਣ ਕੇ, ਪਰਮੇਸ਼ਰ ਦਾ ਵਚਨ ਲੈ ਕੇ। ਅਤੇ ਇੱਥੇ ਉਹਦੇ ਬਾਰੇ ਭਵਿੱਖਬਾਣੀ ਪਹਿਲਾਂ ਤੋਂ ਹੀ ਲਿਖੀ ਗਈ ਸੀਗੀ, ਅਤੇ ਸਾਡੇ ਬਾਰੇ ਵੀ ਭਵਿੱਖਬਾਣੀ ਆ। ਜਦੋਂ ਅਸੀਂ ਦੇਖਦੇ ਹਾਂ ਪੁਰਾਣੇ ਨੇਮ ਦੇ ਵਿੱਚ ਯਸ਼ਾਇਆ ਦੇ ਵਿੱਚ ਸਾਡੇ ਬਾਰੇ ਭਵਿੱਖਬਾਣੀਆਂ ਆ, ਕਿਉਂ ਜੋ ਲਿਖਿਆ ਆ ਲਾਸਟ ਦੇ ਵਿੱਚ ਕਹਿੰਦਾ ਆ, ਜਦੋਂ ਅਸੀਂ ਯਸ਼ਾਇਆ ਦੇ ਵਿੱਚ ਪੜ੍ਹਦੇ ਕਹਿੰਦਾ ਕਿ ਹੇ ਪ੍ਰਭੂ ਸਾਡੇ ਪ੍ਰਚਾਰ ਦੀ ਕਿਹਨੇ ਪ੍ਰਤੀਤ ਕੀਤੀ। ਸੁਸਮਾਚਾਰ ਸੁਣਾਉਣ ਵਾਲੇ ਪੁੱਛਦੇ ਆ ਪਰਮੇਸ਼ਰ ਤੋਂ ਕਿ ਪਰਮੇਸ਼ਰ ਸਾਡੇ ਪ੍ਰਚਾਰ ਦੀ ਕਿਹਨੇ ਪ੍ਰਤੀਤ ਕੀਤੀ। ਸੋ ਸਾਡੇ ਬਾਰੇ ਵੀ ਜਿਹੜੇ ਅਸੀਂ ਪ੍ਰਚਾਰ ਕਰਨ ਦੇ ਲਈ ਜਾਵਾਂਗੇ, ਯਿਸੂ ਮਸੀਹ ਕਹਿੰਦਾ ਕਿ ਮੈਂ ਸਿਰਫ ਇਹਨਾਂ ਲਈ ਨਹੀਂ ਪਿਤਾ ਪ੍ਰਾਰਥਨਾ ਕਰਦਾ ਕਿ ਤੂੰ ਇਹਨਾਂ ਨੂੰ ਸੰਭਾਲ, ਜਿਹੜੇ ਇਹਨਾਂ ਦੇ ਦੁਆਰਾ ਬਚ ਕੇ ਅੱਗੇ ਜਾਣਗੇ ਤੂੰ ਮੈਂ ਉਹਨਾਂ ਲਈ ਵੀ ਪ੍ਰਾਰਥਨਾ ਕਰਦਾ, ਤੂੰ ਉਹਨਾਂ ਦੀ ਵੀ ਦੁਸ਼ਟ ਤੋਂ ਰੱਖਿਆ ਕਰੀ। ਹਾਲੇਲੂਇਆ। ਸੋ ਪਰਮੇਸ਼ਰ ਕੀ ਅੱਜ ਅਸੀਂ ਪਰਮੇਸ਼ਰ ਦੀ ਆਵਾਜ਼ ਬਣ ਕੇ ਲੋਕਾਂ ਤੱਕ ਪਹੁੰਚਦੇ ਹਾਂ, ਇਹ ਬਹੁਤ ਜ਼ਰੂਰੀ ਆ। ਹਾਂਜੀ। ਇਸ ਯੋਹੰਨਾ ਦੇ ਬਸਤਰ ਹਾਂਜੀ ਊਠ ਦੇ ਵਾਲਾਂ ਦੇ ਸਨ, ਹਾਂਜੀ, ਅਤੇ ਚੰਮ ਦੀ ਪੇਟੀ ਉਹਦੇ ਲੱਕ ਦੇ ਦੁਆਲੇ ਸੀ, ਹਾਂਜੀ, ਅਤੇ ਉਹਦਾ ਭੋਜਨ ਟਿੱਡੀਆਂ ਅਤੇ ਬਣ ਦਾ ਸ਼ਹਿਦ ਸੀ। ਆਮੀਨ। ਸੋ ਇੱਥੇ ਲਿਖਿਆ ਆ ਕਿ ਇਸ ਯਹੂਨਾ ਦੇ ਬਸਤਰ ਊਠ ਦੇ ਵਾਲਾਂ ਦੇ ਸਨ ਅਤੇ ਉਸ ਦੇ ਲੱਕ ਦੇ ਦੁਆਲੇ ਚਮੜੇ ਦੀ ਪੇਟੀ ਬੰਨੀ ਹੋਈ ਸੀਗੀ। ਸੋ ਇੱਥੇ ਸਾਨੂੰ ਕਿਹਦੀ ਯਾਦ ਆਉਂਦੀ ਆ? ਬਾਈਬਲ ਦੇ ਵਿੱਚ ਜਦੋਂ ਅਸੀਂ ਰਾਜਿਆਂ ਦੀ ਪੁਸਤਕ ਉਹਦਾ ਅਧਿਆਇ 1 ਦੇਖਦੇ ਆ, ਸੈਕਿੰਡ ਕਿੰਗ, ਦੂਸਰੇ ਰਾਜੇ ਦੇ ਪਹਿਲੇ ਅਧਿਆਇ ਤੋਂ, ਤਾਂ ਉੱਥੇ ਏਲੀਆ ਜਿਹੜਾ ਸਾਨੂੰ ਉਸਦੇ ਇਦਾਂ ਦੇ ਕੱਪੜੇ ਮਿਲਦੇ ਆ, ਉਸਦੀ ਜਿਹੜੀ ਮਿਨਿਸਟਰੀ ਆ ਉਹ ਇਦਾਂ ਦੀ ਸੀ, ਉਸਦੇ ਕੱਪੜੇ ਇਦਾਂ ਦੇ ਸੀ। ਸੋ ਬਾਈਬਲ ਜਿਹੜੀ ਦੱਸਦੀ ਆ ਲੂਕਾ ਦੀ ਅੰਜੀਲ ਦੇ ਵਿੱਚ ਕਿ ਜਿਹੜਾ ਯਹੂਨਾ ਬਪਤਿਸਮਾ ਦੇਣ ਵਾਲਾ ਉਹ ਏਲੀਆ ਦੀ ਮਿਨਿਸਟਰੀ ਵਿੱਚ ਹੋ ਕੇ ਕਾਰਜ ਕਰਦਾ ਸੀ, ਅਤੇ ਯਿਸੂ ਮਸੀਹ ਨੂੰ ਜਦੋਂ ਪੁੱਛਿਆ ਗਿਆ ਕਿ ਏਲੀਆ ਆ ਚੁੱਕਾ ਜਾਂ ਨਹੀਂ, ਤਾਂ ਉਹਨੇ ਯਹੂਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਜ਼ਿਕਰ ਕਰਦੇ ਕਿਹਾ ਕਿ ਮੰਨੋ ਤਾਂ ਏਲੀਆ ਆ ਚੁੱਕਾ ਆ, ਅਤੇ ਪਰ ਜਦੋਂ ਆਵੇਗਾ ਸਭ ਕੁਝ ਸੁਧਾਰੇਗਾ। ਸੋ ਇੱਥੇ ਦੋ ਚੀਜ਼ਾਂ ਯਿਸੂ ਮਸੀਹ ਨੇ ਕੀਤੀਆਂ ਜਦੋਂ ਅਸੀਂ ਮੱਤੀ ਦੀ ਅੰਜੀਲ ਅਧਿਆਇ 17 ਦੇ ਵਿੱਚ ਦੇਖਦੇ ਹਾਂ ਕਿ ਇਸ ਟਾਈਮ ਜਿਹੜਾ ਯਹੂਨਾ ਬਪਤਿਸਮਾ ਦੇਣ ਵਾਲਾ ਏਲੀਆ ਦੀ ਮਿਨਿਸਟਰੀ 'ਚ ਹੋ ਕੇ ਕਾਰਜ ਕਰਦਾ ਆ, ਪਰ ਇੱਕ ਟਾਈਮ ਆਵੇਗਾ ਫਿਊਚਰ ਦੇ ਵਿੱਚ ਜਿਸ ਸਮੇਂ ਏਲੀਆ ਜਿਹੜਾ ਆ ਆਵੇਗਾ, ਉਹ ਖੁਦ ਆਵੇਗਾ। ਹਾਲੇਲੂਇਆ। ਸੋ ਇੱਥੇ ਅਸੀਂ ਕੀ ਦੇਖਦੇ ਹਾਂ? ਸੇਮ ਮਿਨਿਸਟਰੀ ਜਿਹੜੀ ਏਲੀਆ ਦੇ ਕੋਲ ਸੀ, ਸੇਮ ਮਿਨਿਸਟਰੀ ਯਹੂਨਾ ਬਪਤਿਸਮਾ ਦੇਣ ਵਾਲੇ ਦੇ ਕੋਲ ਸੀ। ਉਸ ਦਾ ਵੀ ਮਿਨਿਸਟਰੀ ਸੀਗੀ ਕਿ ਇਜ਼ਰਾਈਲ ਦੇ ਘਰਾਣੇ ਦਾ ਮਨ ਪਰਮੇਸ਼ਰ ਵੱਲ ਨੂੰ ਮੋੜਨਾ। ਇਸ ਦੇ ਵੀ ਇਹੀ ਮਿਨਿਸਟਰੀ ਆ ਕਿ ਇਜ਼ਰਾਈਲ ਦੇ ਘਰਾਣੇ ਦਾ ਮਨ ਪਰਮੇਸ਼ਰ ਵੱਲ ਨੂੰ ਮੋੜਨਾ। ਪਰ ਸਾਡੇ ਬਾਰੇ ਕੀ ਅੱਜ ਅਸੀਂ ਪਰਮੇਸ਼ਰ ਦੇ ਵੱਲ ਲੋਕਾਂ ਦਾ ਮਨ ਮੋੜਨ ਦੇ ਲਈ ਲੱਗੇ ਹੋਏ ਆ? ਇਹ ਸਾਡੀ ਮਿਨਿਸਟਰੀ ਆ, ਅਤੇ ਅੱਗੇ ਜਾ ਕੇ ਅਸੀਂ ਦੇਖਾਂਗੇ ਇਸ ਦੇ ਬਾਰੇ ਬਾਈਬਲ ਕੀ ਕਹਿੰਦੀ ਆ। ਅਤੇ ਲਿਖਿਆ ਉਸ ਦਾ ਜਿਹੜਾ ਭੋਜਨ ਸੀਗਾ ਉਹ ਟਿੱਡੀਆਂ ਤੇ ਸ਼ਹਿਦ ਸੀਗੇ। ਅਤੇ ਮੈਂ ਮੰਨਦਾ ਆ, ਕੁਝ ਲੋਕੀ ਮੰਨਦੇ ਆ ਕਿ ਟਿੱਡੀਆਂ ਜਿਹੜੀਆਂ ਕੁਝ ਪ੍ਰਕਾਰ ਦੀਆਂ ਫਲੀਆਂ ਸੀ, ਅਤੇ ਜਿਹੜਾ ਸ਼ਹਿਦ ਉਹ ਕਿਸੇ ਪ੍ਰਕਾਰ ਦਾ ਜੈਮ ਸੀਗਾ ਖਾਣ ਵਾਲਾ। ਪਰ ਜਿਸ ਤਰ੍ਹਾਂ ਇੱਥੇ ਸਾਨੂੰ ਸੰਤ ਮੱਤੀ ਇਸ ਦੇ ਬਾਰੇ ਕੁਝ ਨਹੀਂ ਦੱਸ ਦੇਗੇ, ਸਿਰਫ ਉਹਨਾਂ ਕਹਿੰਦੇ ਕਿ ਉਸ ਦਾ ਭੋਜਨ ਟਿੱਡੀਆਂ ਤੇ ਸ਼ਹਿਦ ਸੀ। ਸੋ ਬਾਈਬਲ ਦੇ ਵਿੱਚ ਲਿਖਿਆ ਜਦੋਂ ਅਸੀਂ ਲੇਵੀਆ ਦੀ ਪੁਸਤਕ ਵਿੱਚ ਪੜ੍ਹਦੇ ਆ ਤਾਂ ਕੁਝ ਪ੍ਰਕਾਰ ਦੀਆਂ ਟਿੱਡੀਆਂ ਜਿਹੜੀਆਂ ਖਾਣੀਆਂ ਅਲਾਉ ਸੀਗੀਆਂ ਯਹੂਦੀ ਲੋਕਾਂ ਨੂੰ,
ਜਦੋਂ ਅਧਿਆਇ 11 ਦੇ ਵਿੱਚ ਦੇਖਦੇ ਹਾਂ। ਅਤੇ ਪਰਮੇਸ਼ਰ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਉਹ ਦੇਸ਼ ਦਿਆਂਗਾ ਜਿਹਦੇ ਵਿੱਚ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ। ਸੋ ਜਿਹੜੇ ਇੱਥੇ ਆਪਾਂ ਕੀ ਦੇਖਦੇ ਹਾਂ ਕਿ ਪਹਿਲੀ ਚੀਜ਼ ਉਹਦੇ ਕੱਪੜੇ ਬਹੁਤ ਸਧਾਰਨ ਸੀਗੇ। ਉਸਦੇ ਕੱਪੜੇ ਕੋਈ ਬਹੁਤ ਮਾਡਲ ਕੱਪੜੇ ਨਹੀਂ ਸੀਗੇ, ਜੋ ਰਾਜਿਆਂ ਵਾਂਗੂ ਨਹੀਂ ਸੀ ਰਹਿੰਦਾ। ਉਸਦੇ ਕੱਪੜੇ ਸਧਾਰਨ ਸੀਗੇ। ਦੂਜੀ ਚੀਜ਼ ਉਸਦਾ ਖਾਣਾ ਜਿਹੜਾ ਬਹੁਤ ਸਧਾਰਨ ਸੀ। ਉਹ ਰੋਜ਼ ਫਰਾਈ ਕਰਕੇ ਨਹੀਂ ਸੀ ਖਾਂਦਾ, ਸਿਰਫ ਟਿੱਡੀਆਂ ਖਾਂਦਾ ਸੀ ਜਿਹੜੀਆਂ ਬਹੁਤ ਆਸਾਨੀ ਦੇ ਨਾਲ ਉਹਨਾਂ ਨੂੰ ਪਕਾਇਆ ਜਾ ਸਕਦਾ ਸੀ ਤੇ ਸ਼ਾਇਦ ਖਾਂਦਾ ਸੀ। ਰੋਜ਼ ਉਹ ਬਾਜ਼ਾਰ ਦੇ ਵਿੱਚ ਹੀ ਨਹੀਂ ਸੀ ਤੁਰਿਆ ਰਹਿੰਦਾ ਕਿ ਜੋ ਲੈਣ ਜਾਈਆ ਜੋ ਬਣਾਈਓ। ਨੋ, ਸਿਰਫ ਦੋ ਚੀਜ਼ਾਂ ਰੱਖੀਆਂ ਪਈਆਂ ਸੀ ਉਹਨੇ, ਟਿੱਡੀਆਂ ਤੇ ਸ਼ਾਇਦ। ਬਹੁਤ ਸਧਾਰਨ ਭੋਜਨ ਸੀ। ਸੋ ਇੱਥੇ ਅਸੀਂ ਕਿੰਨੀਆਂ ਉਹਦੀਆਂ ਕੈਟਾਗਰੀਆਂ ਦੇਖੀਆਂ ਕਿ ਉਹ ਆਤਮਾ ਨਾਲ ਭਰਿਆ ਹੋਇਆ ਸੀ। ਉਸ ਦੀ ਪਹਿਚਾਣ ਪਰਮੇਸ਼ਰ ਦੇ ਨਾਂ ਤੋਂ ਹੁੰਦੀ ਸੀਗੀ। ਉਸ ਦੀ ਪ੍ਰਚਾਰ ਜਿਹੜੀ ਪ੍ਰੀਚਿੰਗ ਸੀ ਉਹ ਦਲੇਰੀ ਦੇ ਨਾਲ ਸੀਗੀ ਅਤੇ ਉਸ ਦੇ ਬਾਰੇ ਪਹਿਲਾਂ ਤੋਂ ਪੁਰਾਣੇ ਨੇਮ ਚ ਭਵਿਸ਼ਵਾਣੀਆਂ ਸੀ। ਉਸ ਦੇ ਕੱਪੜੇ ਬਹੁਤ ਸਧਾਰਨ ਸੀ। ਉਸ ਦਾ ਖਾਣਾ ਪੀਣਾ ਬਹੁਤ ਸਧਾਰਨ ਸੀਗਾ। ਹਾਂਜੀ, ਅੱਗੇ। ਤਦ ਯਰੂਸ਼ਲਮ ਅਤੇ ਸਾਰੇ ਯਹੂਦੀਆ ਅਤੇ ਯਰਦਨ ਦੇ ਸਭ ਲਾਂਭ ਦੇ ਰਹਿਣ ਵਾਲੇ ਉਹਦੇ ਕੋਲ ਚੱਲੇ ਆਉਂਦੇ ਸਨ। ਹਾਂਜੀ। ਅਤੇ ਆਪੋ ਆਪਣੇ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹਦੇ ਹੱਥੋਂ ਬਪਤਿਸਮਾ ਲੈਂਦੇ ਸਨ। ਆਮੀਨ। ਸੋ ਲਿਖਿਆ ਆ ਕਿ ਤਦ ਯਰੂਸ਼ਲਮ ਦੇ ਯਹੂਦੀਆਂ ਦੇ ਆਸ-ਪਾਸ ਦੇ ਸਾਰੇ ਨਗਰਾਂ ਚੋਂ ਨਿਕਲ ਕੇ ਉਸ ਦੇ ਕੋਲ ਆਉਂਦੇ ਸਨ। ਪਰ ਇੱਕ ਚੀਜ਼ ਹੋ ਰਿਹਾ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ, ਉਸ ਦੀ ਹੰਬਲਨੈਸ, ਉਸ ਦੀ ਨਮਰਤਾ। ਅਸੀਂ ਦੇਖਦੇ ਹਾਂ ਜਦੋਂ ਉਹਦੇ ਕੋਲ ਪੁੱਛਣ ਦੇ ਲਈ ਆਏ ਕਿ ਤੂੰ ਏਲੀਆ ਆ, ਤੂੰ ਮਸੀਹ ਆ, ਤੂੰ ਕੌਣ ਆ, ਤਾਂ ਉਹ ਕਹਿੰਦਾ ਕਿ ਉਹਨੇ ਆਪਣੇ ਆਪ ਨੂੰ ਇੰਨਾ ਨੀਵਾਂ ਕੀਤਾ। ਕਹਿੰਦਾ ਕਿ ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਆ। ਕਿਉਂਕਿ ਉਹ ਕਹਿਣ ਲੱਗੇ ਜੇ ਤੂੰ ਨਾ ਏਲੀਆ ਆ, ਨਾ ਤੂੰ ਮਸੀਹ ਆ, ਨਾ ਤੂੰ ਉਹ ਨਬੀ ਆ, ਫਿਰ ਤੂੰ ਬਪਤਿਸਮਾ ਕਿਉਂ ਦਿੰਦਾ ਆ? ਤਾਂ ਉਹ ਕਹਿੰਦਾ ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਆ, ਪਰ ਜਿਹੜਾ ਮੇਰੇ ਪਿੱਛੋਂ ਆਉਣ ਵਾਲਾ ਆ, ਮੈਂ ਉਸ ਦੀ ਜੁੱਤੀ ਦਾ ਤਸ਼ਮਾ ਖੋਲਣ ਦੇ ਲਾਇਕ ਨਹੀਂ ਹਾਂ। ਉਹਨੇ ਆਪਣੇ ਆਪ ਨੂੰ ਇੰਨਾ ਨਮਰ ਕੀਤਾ ਕਿ ਉਹਨੇ ਕਿਹਾ ਕਿ ਮੈਂ ਉਸ ਦੀ ਜੁੱਤੀ ਦਾ ਤਸ਼ਮਾ ਖੋਲਣ ਦੇ ਲਾਇਕ ਨਹੀਂ ਹਾਂ। ਅਤੇ ਜੁੱਤੀ ਦਾ ਤਸ਼ਮਾ ਸਭ ਤੋਂ ਲੋ ਲੈਵਲ ਦਾ ਨੌਕਰ ਖੋਲਦਾ ਹੁੰਦਾ ਸੀਗਾ। ਉਸ ਦੀ ਜੁੱਤੀ ਨੂੰ ਚੱਕ ਕੇ ਲਿਜਾਂਦਾ ਸੀ। ਸੋ ਕਹਿੰਦਾ ਮੈਂ ਇਸ ਲਾਇਕ ਨਹੀਂ ਹਾਂ। ਸੋ ਯਹੋਨਾ ਬਪਤਿਸਮਾ ਦੇਣ ਵਾਲੇ ਦੀਆਂ ਕੈਟਾਗਰੀਆਂ ਅਸੀਂ ਉਹਦੇ ਕੁਆਲਿਟੀਆਂ ਦੇਖੀਆਂ ਅਤੇ ਇੱਕ ਕੁਆਲਿਟੀ ਉਹਦੀ ਹੈ ਕਿ ਉਹ ਬਹੁਤ ਜ਼ਿਆਦਾ ਹੰਬਲ ਸੀ ਪਰਮੇਸ਼ਰ ਦੇ ਅੱਗੇ। ਉਹ ਲੋਕਾਂ ਦੇ ਅੱਗੇ ਦਲੇਰੀ ਨਾਲ ਪ੍ਰਚਾਰ ਕਰਦਾ ਸੀ, ਉਹ ਪਰਮੇਸ਼ਰ ਦੇ ਅੱਗੇ ਨਮਰ ਸੀਗਾ ਪੂਰਾ। ਉਹ ਆਤਮਾ ਦੇ ਨਾਲ ਭਰਿਆ ਹੋਇਆ ਸੀ। ਇਸੇ ਕਰਕੇ ਜਦੋਂ ਪ੍ਰਚਾਰ ਕਰਦਾ ਸੀਗਾ ਤਾਂ ਲੋਕੀ ਬਦਲਦੇ ਸੀ। ਅੱਜ ਸਾਡੇ ਜੀਵਨ ਦੇ ਵਿੱਚ ਇਹ ਚੀਜ਼ਾਂ ਦਾ ਹੋਣਾ ਬੜਾ ਜ਼ਰੂਰੀ ਆ। ਇੱਥੇ ਲਿਖਿਆ ਯਹੂਦੀ ਜਿਹੜੇ ਸੀਗੇ ਆਸ-ਪਾਸ ਦੇ ਨਗਰਾਂ ਚੋਂ, ਯਹੂਦੀਆ ਚੋਂ, ਯਰੂਸ਼ਲਮ ਤੋਂ ਆਸ-ਪਾਸ ਦੇ ਨਗਰਾਂ ਤੋਂ ਨਿਕਲ ਕੇ ਆਏ ਅਤੇ ਉਸ ਦੇ ਹੱਥੋਂ ਬਪਤਿਸਮਾ ਲੈਣ ਲੱਗੇ। ਪਰ ਕਿਉਂ ਉਹਦੇ ਕੋਲ ਨਿਕਲ ਕੇ ਆ ਰਹੇ ਸੀ? ਉਹ ਜਾੜ ਵਿੱਚ ਬੈਠਾ ਤਾਂ ਵੀ ਲੋਕੀ ਉਹਦੇ ਕੋਲ ਆ ਰਹੇ ਸੀ। ਉਸ ਦੀ ਵਜ੍ਹਾ ਕੀ ਸੀ? ਪਹਿਲੀ ਚੀਜ਼, ਉਹ ਆਤਮਾ ਨਾਲ ਭਰਿਆ ਹੋਇਆ ਸੀ। ਦੂਸਰੀ ਚੀਜ਼ ਕਿ ਉਸ ਦੀ ਪਹਿਚਾਣ ਪਰਮੇਸ਼ਰ ਦੇ ਕੰਮ ਤੋਂ ਸੀ। ਤੀਸਰੀ ਚੀਜ਼, ਉਸ ਦਾ ਪ੍ਰਚਾਰ ਜਿਹੜਾ ਉਹ ਰਾਜ ਦਾ ਪ੍ਰਚਾਰ ਸੀ, ਪਰਮੇਸ਼ਰ ਦੇ ਰਾਜ ਦਾ। ਚੌਥੀ ਚੀਜ਼, ਉਹ ਦਲੇਰੀ ਨਾਲ ਪ੍ਰਚਾਰ ਕਰਦਾ ਸੀ। ਉਹਨੂੰ ਕਿਸੇ ਦੀ ਪਰਵਾਹ ਨਹੀਂ ਸੀਗੀ। ਉਹ ਲੋਕਾਂ ਨੂੰ ਨਹੀਂ ਸੀ ਖੁਸ਼ ਕਰਨਾ ਚਾਹੁੰਦਾ। ਅਤੇ ਅੱਗੇ ਦੇਖਦੇ ਹਾਂ ਉਸਦੇ ਕੱਪੜੇ ਬਹੁਤ ਸਧਾਰਨ ਸੀਗੇ। ਉਸਦਾ ਖਾਣਾ ਬਹੁਤ ਸਧਾਰਨ ਸੀ ਅਤੇ ਉਹ ਭਾਵੇਂ ਲੋਕਾਂ ਦੇ ਵਿੱਚ ਦਲੇਰੀ ਨਾਲ ਕੰਮ ਕਰ ਰਿਹਾ ਸੀਗਾ, ਕਿਸੇ ਦੀ ਪਰਵਾਹ ਨਹੀਂ ਸੀ, ਪਰ ਪਰਮੇਸ਼ਰ ਦੇ ਅੱਗੇ ਬਹੁਤ ਜ਼ਿਆਦਾ ਨਮਰ ਸੀਗਾ। ਪਰਮੇਸ਼ਰ ਦੇ ਅੱਗੇ ਉਹਨੇ ਆਪਣੇ ਆਪ ਨੂੰ ਸ਼ੂਨਯ ਕੀਤਾ ਹੋਇਆ ਸੀ। ਸੋ ਇਹ ਚੀਜ਼ਾਂ ਸਾਨੂੰ ਧਿਆਨ 'ਚ ਰੱਖਣ ਦੀ ਲੋੜ ਆ ਕਿ ਯਹੋਨਾ ਉਜਾੜ ਵਿੱਚ ਬੈਠਾ ਤਾਂ ਵੀ ਲੋਕੀ ਉਹਦੀ ਪ੍ਰੀਚਿੰਗ ਕਿਉਂ ਸੁਣ ਰਹੇ ਆ? ਕਿਉਂ? ਉਹਦੇ ਗੁਣਾਂ ਦੇ ਕਾਰਨ ਪਰਮੇਸ਼ਰ ਨੇ ਉਹਨੂੰ ਚੁਣਿਆ ਹੋਇਆ। ਉਹਦੇ ਗੁਣਾਂ ਦੇ ਕਾਰਨ ਉਹ ਪ੍ਰਚਾਰ ਕਰਦਾ ਤੇ ਲੋਕੀ ਬਦਲਦੇ ਆ, ਲੋਕੀ ਤੌਬਾ ਕਰਦੇ। ਅੱਜ ਜੇਕਰ ਅਸੀਂ ਆਤਮਾ ਨਾਲ ਨਹੀਂ ਭਰੇ ਹੋਏ, ਅੱਜ ਜੇਕਰ ਸਾਡੀ ਪ੍ਰਚਾਰ ਦਲੇਰੀ ਦੇ ਨਾਲ ਨਹੀਂ ਆ, ਅੱਜ ਜੇਕਰ ਅਸੀਂ ਹੰਬਲ ਨਹੀਂ ਆ, ਤਾਂ ਫਿਰ ਲੋਕਾਂ ਨੇ ਸਾਡੀ ਲਾਈਫ ਤੋਂ ਦੇਖ ਕੇ ਨਹੀਂ ਬਦਲਣਾ। ਇਹ ਸੱਚਾਈ ਆ। ਕਿਉਂ? ਜੋ ਇਹ ਕੈਟਾਗਰੀ, ਇਹ ਗੁਣ ਜਿਹੜੇ, ਇਹ ਗੁਣਾਂ ਦਾ ਕਰਕੇ, ਉਹਦੇ ਪ੍ਰਚਾਰ ਦਾ ਕਰਕੇ, ਅਤੇ ਸਭ ਤੋਂ ਜ਼ਰੂਰੀ ਕਿ ਉਸ ਦਾ ਪ੍ਰਚਾਰ ਕੀ ਸੀ? ਤੌਬਾ ਕਰੋ। ਜੇਕਰ ਅਸੀਂ ਤੌਬਾ ਤੇ ਪ੍ਰਚਾਰ ਕਰਾਂਗੇ ਤਾਂ ਹੀ ਲੋਕੀ ਤੌਬਾ ਕਰਨਗੇ। ਜੇਕਰ ਅਸੀਂ ਤੌਬਾ ਤੇ ਪ੍ਰਚਾਰ ਨਹੀਂ ਕਰਾਂਗੇ ਤਾਂ ਕਦੀ ਵੀ ਕੋਈ ਤੌਬਾ ਨਹੀਂ ਕਰੇਗਾ। ਸੋ ਬਹੁਤ ਜ਼ਰੂਰਤ ਆ ਕਿ ਅਸੀਂ ਤੌਬਾ ਤੇ ਪ੍ਰਚਾਰ ਕਰੀਏ। ਅਤੇ ਲਿਖਿਆ ਜਦੋਂ ਉਹਨੇ ਪ੍ਰਚਾਰ ਕੀਤਾ ਕਿ ਤੌਬਾ ਕਰੋ ਕਿਉਂ ਜੋ ਪਰਮੇਸ਼ਰ ਦਾ ਰਾਜ ਨੇੜੇ ਆ, ਤਾਂ ਉਸਦੇ ਕਰੈਕਟਰ ਨੂੰ, ਉਸਦੇ ਜੀਵਨ ਨੂੰ ਦੇਖ ਕੇ ਸਾਰਿਆਂ ਨੂੰ ਪਤਾ ਸੀ ਕਿ ਯਹੋਨਾ ਬਪਤਿਸਮਾ ਦੇਣ ਵਾਲਾ ਸੱਚ ਬੋਲਦਾ, ਕਿਉਂਕਿ ਉਹ ਪਰਮੇਸ਼ਰ ਦਾ ਨਬੀ ਆ। ਅਤੇ ਲਿਖਿਆ ਲੋਕੀ ਉਹਦੇ ਕੋਲ ਬਾਹਰ ਨਿਕਲ ਕੇ ਆਏ। ਪਰ ਅੱਜ ਪ੍ਰੋਬਲਮ ਪਤਾ ਕੀ ਆ ਕਿ ਅਸੀਂ ਪ੍ਰਚਾਰ ਨਹੀਂ ਕਰਦੇ। ਲੋਕੀ ਰੂਹਾਂ ਨਹੀਂ ਬਚ ਰਹੀਆਂ, ਅਸੀਂ ਪ੍ਰਚਾਰ ਨਹੀਂ ਕਰ ਰਹੇ। ਲੋਕੀ ਮੁਕਤੀ ਨਹੀਂ ਪਾ ਰਹੇ ਕਿਉਂਕਿ ਅਸੀਂ ਪ੍ਰਚਾਰ ਨਹੀਂ ਕਰਦੇ। ਲੋਕਾਂ ਨੂੰ ਆਪਣੇ ਪਾਪ ਦੇ ਬਾਰੇ ਨਹੀਂ ਪਤਾ ਕਿਉਂਕਿ ਅਸੀਂ ਤੌਬਾ ਦਾ ਪ੍ਰਚਾਰ ਨਹੀਂ ਕਰਦੇ। ਬਹੁਤ ਜ਼ਰੂਰੀ ਆ
ਅਤੇ ਬਾਈਬਲ ਦੇ ਵਿੱਚ ਇਸ ਨਬੀ ਨੂੰ ਕੀ ਕਿਹਾ ਗਿਆ ਜਿਹਨੇ ਤੌਬਾ ਦਾ ਪ੍ਰਚਾਰ ਕੀਤਾ, ਜਿਹੜਾ ਪਰਮੇਸ਼ਰ ਦੇ ਅੱਗੇ ਇੰਨਾ ਹੰਬਲ ਹੋ ਗਿਆ, ਜਿਹੜਾ ਪ੍ਰਚਾਰ ਕਰ ਰਿਹਾ ਸੀ ਤੌਬਾ ਦਾ, ਜਿਹਦਾ ਜੀਵਨ ਬਹੁਤ ਸਧਾਰਨ ਸੀਗਾ, ਜਿਹੜਾ ਆਤਮਾ ਨਾਲ ਭਰਿਆ ਹੋਇਆ ਸੀ। ਅਤੇ ਅਸੀਂ ਦੇਖਾਂਗੇ ਇਹ ਯਿਸੂ ਮਸੀਹ ਦੇ ਖੁਦ ਦੇ ਸ਼ਬਦ ਆ। ਅਸੀਂ ਦੇਖਾਂਗੇ ਮੱਤੀ ਦੀ ਅੰਜੀਲ ਉਹਦਾ ਅਧਿਆਇ 11 ਵਚਨ 11 ਤੋਂ। The book of Matthew chapter 11 verse 11। ਯਿਸੂ ਮਸੀਹ ਇਸ ਨਬੀ ਦੇ ਬਾਰੇ ਕੀ ਕਹਿੰਦੇ ਆ, ਅਤੇ ਨਵੇਂ ਨੇਮ ਦਾ ਪਹਿਲਾ ਨਬੀ ਆ ਜਿਹਦਾ ਜ਼ਿਕਰ ਆਉਂਦਾ ਹੈ। ਹਾਲੇਲੂਇਆ, ਹਾਲੇਲੂਇਆ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਯਿਸੂ ਮਸੀਹ ਕਹਿੰਦਾ, ਹੁਣ ਇਹ ਕਿਸੇ ਦੇ ਸ਼ਬਦ ਨਹੀਂ, ਇਹ ਪਤਰਸ ਦੇ ਸ਼ਬਦ ਨਹੀਂ, ਇਹ ਯਹੂਨਾ ਦੇ ਪੌਲਸ ਦੇ ਸ਼ਬਦ ਨਹੀਂ, ਇਹ ਖੁਦ ਦੇ ਯਿਸੂ ਮਸੀਹ ਦੇ ਸ਼ਬਦ ਆ। ਹਾਂਜੀ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਭਾਈ ਜਿਹੜੇ ਤੀਵੀਆਂ ਤੋਂ ਜੰਮੇ, ਜਿਹੜੇ ਤੀਵੀਆਂ ਤੋਂ ਜੰਮੇ, ਉਹਨਾਂ ਵਿੱਚੋਂ ਯਹੋਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਾ ਉੱਠਿਆ। ਹਾਂਜੀ, ਪਰ ਜੋ ਸੁਰਗ ਦੇ ਰਾਜ ਵਿੱਚ ਛੋਟਾ ਹੈ ਸੋ ਉਸ ਤੋਂ ਵੱਡਾ ਹੈ। ਆਮੀਨ, ਹਾਲੇਲੂਇਆ। ਸੋ ਯਿਸੂ ਮਸੀਹ ਦੇ ਖੁਦ ਦੇ ਸ਼ਬਦ ਆ ਕਿ ਜਿੰਨੇ ਤੀਵੀਆਂ ਤੋਂ ਪੈਦਾ ਹੋਏ, ਉਹ ਸ਼ੁਰੂ ਤੋਂ ਲੈ ਕੇ ਉਹ ਜ਼ਰਮੀਆ, ਉਹ ਜ਼ਕਰੀਆ, ਉਹ ਯਸ਼ਾਇਆ, ਉਹ ਕੋਈ ਵੀ ਹੋਵੇ, ਉਹ ਹਾਰੂਨ, ਉਹ ਮੂਸਾ, ਉਹ ਅਬਰਾਹਮ, ਕਹਿੰਦਾ ਜਿੰਨੇ ਵੀ ਪੈਦਾ ਹੋਏ ਇਸਤਰੀਆਂ ਤੋਂ, ਉਹਨਾਂ ਵਿੱਚ ਯਹੋਨਾ ਬਪਤਿਸਮਾ ਦੇਣ ਵਾਲੇ ਤੋਂ ਕੋਈ ਵੀ ਵੱਡਾ ਨਹੀਂ ਹੋਇਆ। ਕਿੱਦਾਂ ਹੋ ਸਕਦਾ ਆ? ਏਲੀਆ ਨੇ ਇੰਨੇ ਚਮਤਕਾਰ ਕੀਤੇ, ਮੂਸਾ ਨੇ ਇੰਨੇ ਚਮਤਕਾਰ ਕੀਤੇ, ਅਬਰਾਹਮ ਪਰਮੇਸ਼ਰ ਦੇ ਅੱਗੇ ਕੁਰਬਾਨ ਕਰਨ ਦੇ ਲਈ ਆਪਣੇ ਪੁੱਤਰ ਨੂੰ ਚਲ ਗਿਆ, ਇੰਨੇ ਵੱਡੇ ਵੱਡੇ ਨਬੀ ਦੇਖਦੇ, ਤਾਂ ਵੀ ਯਿਸੂ ਮਸੀਹ ਕਹਿੰਦਾ ਕਿ ਜਿੰਨੇ ਇਸਤਰੀਆਂ ਤੋਂ ਪੈਦਾ ਹੋਏ, ਉਹਨਾਂ ਦੇ ਵਿੱਚੋਂ ਯਹੋਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਇੱਕ ਵੀ ਨਹੀਂ ਆ। ਉਸ ਦੀ ਵਜ੍ਹਾ ਕੀ ਸੀ? ਕਿਉਂਕਿ ਉਹ ਰਾਜ ਦਾ ਪ੍ਰਚਾਰ ਕਰਦਾ ਸੀ, ਉਹ ਮਨ ਫਿਰਾਵ ਦਾ ਪ੍ਰਚਾਰ ਕਰ ਰਿਹਾ ਸੀ, ਉਹ ਪ੍ਰਭੂ ਦੇ ਅੱਗੇ ਮਾਰਗ ਨੂੰ ਸਿੱਧਾ ਕਰਦਾ ਪਿਆ ਸੀ। ਅਤੇ ਯਿਸੂ ਮਸੀਹ ਕਹਿੰਦਾ, ਪਰ ਮੈਂ ਤੁਹਾਨੂੰ ਕਹਿਣਾ ਕਿ ਜੋ ਕੋਈ ਸਵਰਗ ਦੇ ਰਾਜ ਦੇ ਵਿੱਚ ਛੋਟੇ ਤੋਂ ਛੋਟਾ, ਉਹ ਕੀ ਆ? ਉਹ ਯਹੋਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਹੈ। ਹਾਲੇਲੂਇਆ। ਜੇਕਰ ਤੁਸੀਂ ਸਵਰਗ ਦੇ ਰਾਜ ਵਿੱਚ ਹੋ ਤਾਂ ਤੁਸੀਂ ਯਹੋਨਾ ਬਪਤਿਸਮਾ ਦੇਣ ਵਾਲੇ ਤੋਂ ਵੱਡੇ ਹੋ, ਭਾਵੇਂ ਤੁਸੀਂ ਕਿੰਨੇ ਵੀ ਛੋਟੇ ਲੈਵਲ ਤੇ ਕਿਉਂ ਨਾ, ਭਾਵੇਂ ਤੁਸੀਂ ਵਿਸ਼ਵਾਸੀ ਹੀ ਕਿਉਂ ਨਾ ਹੋ। ਪਰ ਇੱਥੇ ਧਿਆਨ ਦੇਣ ਦੀ ਲੋੜ ਆ ਕਿ ਅਸੀਂ ਯਹੋਨਾ ਬਪਤਿਸਮਾ ਦੇਣ ਵਾਲੇ ਵਾਂਗੂ ਕੰਮ ਦੇ ਉੱਤੇ ਲੱਗੇ ਪਏ, ਕਿ ਅਸੀਂ ਤੌਬਾ ਦਾ ਪ੍ਰਚਾਰ ਕਰ ਰਹੇ, ਕਿ ਅਸੀਂ ਪ੍ਰਭੂ ਦੇ ਲਈ ਮਾਰਗਾਂ ਨੂੰ ਸਿੱਧਾ ਕਰ ਰਹੇ ਹਾਂ, ਕਿ ਅੱਜ ਅਸੀਂ ਪ੍ਰਭੂ ਦੀ ਆਵਾਜ਼ ਬਣ ਕੇ ਪਰਮੇਸ਼ਰ ਦਾ ਸੁਸਮਾਚਾਰ ਲੈ ਕੇ ਜਾਂਦੇ ਹਾਂ। ਬਹੁਤ ਜ਼ਰੂਰੀ ਆ। ਅੱਜ ਪਰਮੇਸ਼ਰ ਨੂੰ ਯਹੋਨਾ ਜਿਹੇ ਚੇਲਿਆਂ ਦੀ ਲੋੜ ਆ, ਜਿਹੜੇ ਦਲੇਰੀ ਦੇ ਨਾਲ ਪ੍ਰਚਾਰ ਕਰਨਾ, ਜਿਹੜੇ ਤੌਬਾ ਦਾ ਪ੍ਰਚਾਰ ਕਰਨਾ, ਜਿਹੜੇ ਸਵਰਗ ਦੇ ਰਾਜ ਦਾ ਪ੍ਰਚਾਰ ਕਰਨਾ, ਅਤੇ ਜਿਹੜੇ ਪ੍ਰਚਾਰ ਕਰ ਜਦੋਂ ਕਰਨਾ, ਉਹਨਾਂ ਦੇ ਜੀਵਨ ਨੂੰ ਦੇਖ ਕੇ ਲੋਕੀ ਮਨ ਫਿਰਾ ਕੇ ਤੌਬਾ ਕਰਕੇ ਬਪਤਿਸਮਾ ਲੈ ਲੈਣ। ਹਾਲੇਲੂਇਆ। ਪਰ ਅੱਜ ਪਰਮੇਸ਼ਰ ਤੁਹਾਡੇ ਕੋਲੋਂ ਪੁੱਛਦਾ ਆ, ਕੀ ਤੂੰ ਯਹੋਨਾ ਬਪਤਿਸਮਾ ਦੇਣ ਵਾਲੇ ਦੀ ਤਰ੍ਹਾਂ ਆਵਾਜ਼ ਬਣ ਕੇ ਮੇਰੇ ਪ੍ਰਚਾਰ ਨੂੰ ਲੈ ਕੇ ਜਾਵੇਂਗਾ? ਅੱਜ ਪਰਮੇਸ਼ਰ ਸਾਨੂੰ ਇਹ ਗੱਲ ਪੁੱਛਦਾ ਹੈ ਕਿ ਅੱਜ ਅਸੀਂ ਤਿਆਰ ਹਾਂ ਪਰਮੇਸ਼ਰ ਦਾ ਸੁਸਮਾਚਾਰ ਲੈ ਕੇ ਜਾਣ ਦੇ ਲਈ। ਤੇ ਜੇਕਰ ਅਸੀਂ ਤਿਆਰ ਹਾਂ ਤਾਂ ਯਿਸੂ ਮਸੀਹ ਕਹਿੰਦਾ ਆ ਕਿ ਯਹੋਨਾ ਬਪਤਿਸਮਾ ਦੇਣ ਵਾਲਾ ਸਾਰੀਆਂ ਔਰਤਾਂ, ਜਿੰਨੇ ਔਰਤਾਂ ਤੋਂ ਪੈਦਾ ਹੋਏ, ਉਹਨਾਂ ਚੋਂ ਮਹਾਨ ਸੀ, ਪਰ ਜਿਹੜਾ ਸਵਰਗ ਦੇ ਰਾਜ ਦੇ ਵਿੱਚ ਹੈ, ਜਿਹੜਾ ਸਵਰਗ ਦੇ ਰਾਜ ਦੇ ਵਿੱਚ ਕੰਮ ਕਰਦਾ ਪਿਆ, ਰਾਜ ਨੂੰ ਫੈਲਾ ਰਿਹਾ, ਉਹ ਯਹੋਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਹੈ। ਹਾਲੇਲੂਇਆ। ਅਸੀਂ ਪ੍ਰਾਰਥਨਾ ਕਰਾਂਗੇ। ਸਰਵ ਸ਼ਕਤੀਮਾਨ ਪਿਤਾ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ, ਤੇਰੀ ਹਜ਼ੂਰੀ ਚਾਹੁੰਦੇ ਹਾਂ ਪਿਤਾ ਜੀ। ਹੋਣ ਦੇ ਪਿਤਾ ਮੇਰੇ ਪਰਮੇਸ਼ਰ, ਕਿ ਅਸੀਂ ਤੁਹਾਡੇ ਇਸ ਮਹਾਨ ਨਬੀ ਯਹੋਨਾ ਬਪਤਿਸਮਾ ਦੇਣ ਵਾਲੇ ਦੀ ਤਰ੍ਹਾਂ ਬਣ ਸਕੀਏ ਪਿਤਾ ਮੇਰੇ ਪਰਮੇਸ਼ਰ। ਅਸੀਂ ਆਤਮਾ ਦੇ ਨਾਲ ਭਰ ਕੇ ਪਿਤਾ ਮੇਰੇ ਪਰਮੇਸ਼ਰ, ਦਲੇਰੀ ਦੇ ਨਾਲ ਭਰ ਕੇ ਤੌਬਾ ਦਾ ਪ੍ਰਚਾਰ, ਤੇਰੇ ਸਵਰਗ ਰਾਜ ਦਾ ਪ੍ਰਚਾਰ ਕਰ ਸਕੀਏ ਪਿਤਾ ਮੇਰੇ ਪਰਮੇਸ਼ਰ। ਅਸੀਂ ਆਪਣੇ ਜੀਵਨ ਤੋਂ ਪਿਤਾ ਮੇਰੇ ਪਰਮੇਸ਼ਰ, ਆਪਣੇ ਖਾਣ ਤੋਂ, ਆਪਣੇ ਪਹਿਨਣ ਤੋਂ ਪਿਤਾ ਮੇਰੇ ਪਰਮੇਸ਼ਰ, ਤੁਹਾਡੇ ਨਾਮ ਨੂੰ ਮਹਿਮਾ ਦੇ ਸਕੀਏ ਪਿਤਾ ਮੇਰੇ ਪਰਮੇਸ਼ਰ। ਅਸੀਂ ਤੇਰੀ ਆਵਾਜ਼ ਬਣ ਕੇ ਤੇਰੇ ਵਚਨ ਨੂੰ ਲੈ ਕੇ ਜਾ ਸਕੀਏ ਪਿਤਾ ਮੇਰੇ ਪਰਮੇਸ਼ਰ, ਤਾਂ ਜੋ ਤੇਰੀ ਆਵਾਜ਼, ਤੇਰਾ ਤੌਬਾ, ਤੇਰੇ ਪਿਆਰ ਦਾ ਸੰਦੇਸ਼ ਸਭਨਾ ਲੋਕਾਂ ਤਾਈਂ ਪਹੁੰਚੇ, ਤਾਂ ਜੋ ਲੋਕੀ ਮਨ ਫਿਰਾਉਣ ਅਤੇ ਤੇਰੇ ਰਾਜ ਦੇ ਵਿੱਚ ਐਂਟਰ ਕਰ ਜਾਣਾ, ਅਤੇ ਉਹ ਸਦਾ ਦੇ ਦੰਡ ਤੋਂ ਬਚ ਕੇ ਅਨੰਤ ਜੀਵਨ ਪਾ ਲੈਣ ਪਿਤਾ ਜੀ। ਕਿਰਪਾ ਕਰੋ ਪਿਤਾ ਮੇਰੇ ਪਰਮੇਸ਼ਰ। ਅਸੀਂ ਆਪਣੇ ਆਪ ਨੂੰ ਤਿਆਰ ਕਰਦੇ ਤੁਹਾਡੇ ਰਾਜ ਦੇ ਲਈ, ਆਪਣੇ ਆਪ ਨੂੰ ਅਸੀਂ ਪਿਤਾ ਮੇਰੇ ਪਰਮੇਸ਼ਰ ਤੇਰੇ ਰਾਜ ਦੇ ਵਿੱਚ ਕੰਮ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕਰਦੇ ਹਾਂ, ਤਾਂ ਜੋ ਸਾਡੇ ਜੀਵਨ ਦੇ ਦੁਆਰਾ ਤੁਹਾਡੇ ਨਾਮ ਨੂੰ ਮਹਿਮਾ ਮਿਲੇ, ਅਤੇ ਅਸੀਂ ਯਹੋਨਾ ਬਪਤਿਸਮਾ ਦੇਣ ਵਾਲੇ ਦੀ ਤਰ੍ਹਾਂ ਦਲੇਰੀ ਦੇ ਨਾਲ ਤੌਬਾ ਦਾ ਪ੍ਰਚਾਰ ਕਰ ਸਕੀਏ, ਤੇਰੀ ਆਵਾਜ਼ ਬਣ ਕੇ ਇਸ ਦੇਸ਼ ਦੇ ਵਿੱਚ, ਇਸ ਦੁਨੀਆ ਦੇ ਉੱਤੇ ਪਿਤਾ ਮੇਰੇ ਪਰਮੇਸ਼ਰ ਕੰਮ ਕਰ ਸਕੀਏ, ਅਤੇ ਤੁਹਾਡੇ ਨਾਮ ਨੂੰ ਮਹਿਮਾ ਦੀ ਯਿਸੂ ਦੇ ਨਾਮ ਚ ਮੰਗਦੇ। ਆਮੀਨ, ਆਮੀਨ। ਸੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ। ਜੇਕਰ ਤੁਸੀਂ ਅੱਜ ਸਟੱਡੀ ਦੇ ਦੁਆਰਾ ਬਲੈਸ ਹੋ ਰਹੇ ਹੋ ਤਾਂ ਪਲੀਜ਼ ਇਹਨੂੰ ਸ਼ੇਅਰ ਕਰੋ, ਤਾਂ ਕਿ ਹਰ ਇੱਕ ਵਿਅਕਤੀ ਜਿਹੜਾ ਪਰਮੇਸ਼ਰ ਦੇ ਵਚਨ ਨੂੰ ਡੀਪਲੀ ਵਰਸ ਬਾਈ ਵਰਸ ਸਿੱਖਣਾ ਚਾਹੁੰਦਾ, ਉਹਦੇ ਤਾਈਂ ਇਹ ਵਚਨ ਪਹੁੰਚ ਸਕੇ, ਬਾਈਬਲ ਸਟੱਡੀ ਪਹੁੰਚ ਸਕੇ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ।